ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ, ਵਾਹਿਗੁਰੂ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੇ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ। श्री बाला संदुर बाच चौपई, कालू बहुरो कीन विचारा, जगयु पवित्र दीन हित तारा। जुगो जुग अटल। शब्द गुरु चवर छतर तख्त दे मालक धन साहिब श्री गुरु ग्रंथ साहिब महाराज, तिन्हां दी बरकतमई पावन हजूरी अंदर संध्या वक्त तो सजे पावन दीवान तिन्हां दियां हाज़रियां भर रहे हैं। गुरु सवारे गुरु प्यारे सतसंगी जनों वडभागे हो, सतगुरां दी मुबारक हजूरी अंदर बैठ के शुभ गुणां दी प्राप्ति करन दा सुभाग समा मालिक ने बख्शिश कीता है। चल रही लड़ीवार श्री गुरु प्रताप सूरज ग्रंथ की कथा, जिस कथा विच धन गुरु नानक पातशाह महाराज जी दे बाल अवस्था दे कौतक कीते हुए परोपकार तिन्हां दी विचार आपां सरवण कर रहे हैं। कल दे दीवाना विच जिवें आप जी ने सरवण कीता कि जिस मौलवी कोल गुरु
ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਮਹਿਤਾ ਕਾਲੂ ਜੀ ਨੇ ਭੇਜਿਆ ਸੀ। ਉਸੇ ਮੌਲਵੀ ਨੂੰ, ਜਿਹੜਾ ਮੌਲਵੀ ਆਪਣੇ ਆਪ ਨੂੰ ਬਹੁਤ ਵੱਡਾ ਫਾਰਸੀ ਦਾ ਗਿਆਤਾ ਸਮਝਦਾ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਿਲੰਗ ਰਾਗ ਦੇ ਅੰਦਰ ਫਾਰਸੀ ਵਿੱਚ ਸ਼ਬਦ ਉਚਾਰਨ ਕਰਕੇ ਉਹਦੇ ਕਪਾਟ ਖੋਲ੍ਹੇ। ਸੰਪੂਰਨ ਸ਼ਬਦ ਦੀ ਵਿਚਾਰ ਆਪਾਂ ਕੱਲ ਸਰਵਣ ਕਰ ਲਈ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜ਼ਿੰਦਗੀ ਦੀ ਜੋ ਖੇਡ ਹੈ ਨਾ, ਜੋ ਅਸਲੀਅਤ ਹੈ, ਬਾਜੀ ਹੈ ਇਹ ਸੰਸਾਰਾ। ਇਹ ਜਿਹੜਾ ਹੈ ਸੰਸਾਰ ਇੱਕ ਬਾਜੀਗਰੀ ਦੀ ਖੇਡ ਹੈ, ਤਮਾਸ਼ਾ ਹੈ, ਸੱਚ ਨਹੀਂ। ਉਹ ਅਸਲੀਅਤ ਮੌਲਵੀ ਨੂੰ ਸਮਝਾਈ ਹੈ, ਤੇ ਮੌਲਵੀ ਜਿਹੜਾ ਆਪਣੇ ਆਪ ਦੇ ਵਿੱਚ ਸੀ, ਕਹਿ ਲਓ ਉਹਨੂੰ ਥੋੜ੍ਹਾ ਹੰਕਾਰ ਵੀ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕੇ ਉਹਨੇ ਆਪਣੇ ਜੀਵਨ ਨੂੰ ਜਿਹੜਾ ਸਵਾਰਨ ਦਾ ਯਤਨ ਵੀ ਕੀਤਾ, ਤੇ ਇੱਥੋਂ ਤੱਕ ਆਪਾਂ ਸਰਵਣ ਕੀਤਾ ਕਿ ਉਸਨੇ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਤਿਨਾਮ ਦਾ ਮੰਤਰ ਵੀ ਜਿਹੜਾ ਹੈ ਦ੍ਰਿੜ ਕੀਤਾ। ਜਦੋਂ ਤੱਕ ਇਸ ਸੰਸਾਰ ਦੇ ਵਿੱਚ ਰਿਹਾ ਹੈ ਉਹ ਮੌਲਵੀ ਸ਼ੁਭ ਗੁਣਾਂ ਦਾ ਧਾਰਨੀ, ਤੇ ਸਤਿਨਾਮ ਦਾ ਜਿਹੜਾ ਹੈ ਜਾਪ ਉਹਦੀ ਰਸਨਾ 'ਤੇ ਸੀ। ਤੇ ਕਵੀ ਜੀ ਨੇ ਲਾਸਟ ਦੇ ਵਿੱਚ ਕੱਲ 8ਵੇਂ ਅਧਿਆਏ ਦੀ ਲਾਸਟ ਪੰਕਤੀਆਂ ਵਿੱਚ ਇਹ ਗੱਲ ਸਮਝਾ ਦਿੱਤੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਸਲ ਦੇ ਵਿੱਚ ਉਹ ਮੌਲਵੀ ਜਿਹੜਾ ਹੈ ਸਿੱਖ ਬਣਿਆ, ਤੇ ਮਾਲਕ ਦੇ ਚਰਨਾਂ ਵਿੱਚ ਨਤਮਸਤਕ ਵੀ ਹੋਇਆ ਸੀ, ਤੇ ਗੁਰੂ ਦਾ ਉਪਦੇਸ਼ ਸਰਵਣ ਕਰਕੇ ਉਹਨੇ ਆਪਣਾ ਲੋਕ ਵੀ ਸਵਾਰ ਲਿਆ ਤੇ ਪਰਲੋਕ ਵੀ ਸੁਹੇਲਾ ਕਰ ਲਿਆ। ਅੱਜ ਦਾ ਜੋ ਅਧਿਆਇ ਹੈ 9ਵਾਂ, ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਜਨੇਊ ਦੀ ਗੱਲ ਕਰਨਗੇ। ਪੰਡਤ ਹਰਦਿਆਲ ਵੱਲੋਂ ਜਦੋਂ ਇਹ ਰਸਮ ਕੀਤੀ ਜਾਣੀ ਹੈ, ਬਾਬਾ ਮਹਿਤਾ ਕਾਲੂ ਜੀ ਨੇ ਸੋਚਿਆ ਵਿਚਾਰਿਆ ਹੈ ਕਿ ਹੁਣ ਆਪਾਂ ਜੋ ਰਹੁ ਰੀਤੀ ਹੈ, ਰਿਵਾਜ ਹੈ, ਉਸ ਮੁਤਾਬਕ ਧਰਮ ਦੇ ਵਿੱਚ ਲਿਆਉਣ ਵਾਸਤੇ ਆਪਾਂ ਜਨੇਊ ਜਿਹੜਾ ਹੈ ਆਪਣੇ ਬੱਚੇ ਨੂੰ ਧਾਰਨ ਕਰਾਈਏ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹੁਣ ਕੀ ਕਰਦੇ ਨੇ, ਕਿਸ ਪ੍ਰਕਾਰ ਇਸ ਜਨੇਊ ਦਾ ਖੰਡਨ ਕਰਕੇ ਸੱਚੇ ਜਨੇਊ ਨੂੰ ਦ੍ਰਿੜ ਕਰਵਾਉਂਦੇ ਨੇ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਬਾਲਾ ਸੰਦੁਰ ਵਾਚ ਚੌਪਈ, ਕਾਲੂ ਬਹੁਰੋ ਕੀਨ ਵਿਚਾਰਾ, ਜਗਿਉ ਪਵਿੱਤ ਦੇਨ ਹਿਤ ਤਾਰਾ। ਭਾਈ ਬਾਲਾ ਜੀ ਕਹਿੰਦੇ ਬਾਬਾ ਮਹਿਤਾ ਕਾਲੂ ਜੀ ਨੇ ਫਿਰ ਵਿਚਾਰ ਕੀਤੀ ਹੈ ਕਿ ਗੁਰੂ ਜੀ ਨੂੰ ਜਿਹੜਾ ਹੈ ਹੁਣ ਜਨੇਊ ਪਹਿਨਾਇਆ ਜਾਵੇ। ਜੋ ਰੀਤੀ ਹੈ, ਰਿਵਾਜ ਹੈ, ਉਸ ਮੁਤਾਬਕ ਜਨੇਊ ਦੀ ਰਸਮ ਕੀਤੀ ਜਾਵੇ। ਰੋਹਿਤ ਜੋਤੇ ਕੋ ਹਰਦਿਆਲਾ, ਸੋ ਬੁਲਾਏ ਲੀਨੋ ਤਤਕਾਲਾ। ਪ੍ਰੋਹਿਤ ਜੋ ਸੀ ਭਾਵ ਪੰਡਿਤ ਹਰਦਿਆਲ ਜੀ, ਤਿਨਾਂ ਨੂੰ ਜਿਹੜਾ ਹੈ ਹੁਣ ਅਸਲ ਦੇ ਵਿੱਚ ਬੁਲਾਵਾ ਭੇਜਿਆ ਹੈ, ਸਦਾ ਭੇਜਿਆ ਹੈ ਕਿ ਸਾਡੇ ਘਰ ਦੇ ਵਿੱਚ ਆਓ। ਉਰ ਅਭਿਲਾਖਾ ਸਕਲ ਸੁਨਾਈ, ਛਤਰੀ ਰੀਤ ਕਰੋ ਵਿਚਰਾਈ। ਇੱਥੋਂ ਤੱਕ ਕਿ ਉਹਨਾਂ ਦੇ ਗ੍ਰਹਿ ਵਿਖੇ ਵੀ ਗਏ ਨੇ ਬਾਬਾ ਮਹਿਤਾ ਕਾਲੂ ਜੀ, ਤੇ ਆਪਣੇ ਜੋ ਅਭਿਲਾਖਾ ਸੀ ਨਾ, ਉਰ ਦਾ ਅਰਥ ਹੁੰਦਾ ਹੈ ਹਿਰਦਾ, ਔਰ ਅਭਿਲਾਖਾ ਹਿਰਦੇ ਦੀ ਜੋ ਇੱਛਾ ਸੀ ਨਾ, ਪੰਡਤ ਜੀ ਨੂੰ ਦੱਸੀ ਹੈ, ਖਵਾਇਸ਼ ਦੱਸੀ ਹੈ ਕਿ ਛਤਰੀ ਰੀਤ ਕਰੋ ਦਿਜੁਰਾਈ। ਅਸਲ ਦੇ ਵਿੱਚ ਜਿਹੜਾ ਹੈ ਜੋ ਰੀਤੀ ਹੈ ਨਾ ਰਾਜੇ ਮਹਾਰਾਜੇ ਛਤਰੀਆਂ ਦੀ, ਉਹ ਤੁਸੀਂ ਹੁਣ ਜਿਹੜਾ ਹੈ ਪੂਰੀ ਕਰਨਾ ਕਰੋ। ਸੁਨ ਕਰ ਬਚ ਅਸ ਦ੍ਵਿਜ ਹਰਦਿਆਲੂ, ਕਹਿਓ ਸੌਜ ਸਭ ਆਨ ਵਿਸਾਲੂ। ਗੁਰੂ ਸਾਹਿਬ ਜੀ ਦੇ ਅਸਲ ਦੇ ਵਿੱਚ
ਜੋ ਰੀਤੀ ਕਰਨੀ ਸੀ। ਕਵੀ ਜੀ ਕਹਿੰਦੇ ਪੰਡਿਤ ਹਰਦਿਆਲ ਜੀ ਨੇ ਜਦੋਂ ਇਹ ਬਚਨ ਸੁਣੇ ਨੇ, ਗੱਲਬਾਤ ਸੁਣੀ ਹੈ, ਤੇ ਇਹ ਬਚਨ ਸੁਣ ਕੇ ਪੰਡਿਤ ਹਰਦਿਆਲ ਜੀ ਕਹਿੰਦੇ ਤੁਸੀਂ ਇੱਦਾਂ ਕਰੋ, ਇਹ ਸਾਰੀ ਸਮੱਗਰੀ ਜਿਹੜੀ ਹੈ ਨਾ ਜੋ ਮੈਂ ਲਿਖਵਾਵਾਂਗਾ ਉਹ ਤੁਸੀਂ ਲੈ ਕੇ ਆਉਣੀ ਹੈ। शुभ बासुर सो दीन बताई कर आरंभ जो अधिक बढ़ाई। ਬਾਬਾ ਮਹਿਤਾ ਕਾਲੂ ਜੀ ਨੇ ਸ਼ੁਭ ਦਿਨ ਦੱਸ ਦਿੱਤਾ। ਅਸਲ ਦੇ ਵਿੱਚ ਜਿਹੜਾ ਹੈ ਪੰਡਿਤ ਜੀ ਕਹਿਣ ਲੱਗੇ ਆਹ ਦਿਨ ਹੈ, ਤੇ ਬਾਬਾ ਮਹਿਤਾ ਕਾਲੂ ਜੀ ਤੁਸੀਂ ਜਿਹੜਾ ਹੈ ਇਸ ਦਿਨ ਆਪਣਾ ਕਾਰਜ ਆਰੰਭ ਕਰੋਗੇ ਜਾਂ ਰਸਮ ਕੁਝ ਕਰੋਗੇ ਤੇ ਬਹੁਤ ਵਡਿਆਈ ਤੁਸੀਂ ਜਿਹੜਾ ਹੈ ਪ੍ਰਾਪਤ ਕਰੋਗੇ। निज भरते सुन कर तब कालू सब संभारन आन उतारू। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਨੇ ਜੋ ਬਚਨ ਸੁਣੇ ਨੇ ਨਾ, ਅਸਲ ਦੇ ਵਿੱਚ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਨੇ ਬਚਨ ਸੁਣ ਕੇ ਜੋ ਵੀ ਸਮੱਗਰੀ ਸੀ ਉਹ ਇਕੱਠੀ ਕਰਵਾਈ ਹੈ। जो छत्री कालू के ज्ञाति सबिन अमंतु दीनो ख्याति। ਜੋ ਵੀ ਅਸਲ ਦੇ ਵਿੱਚ ਸਾਗ ਸੰਬੰਧੀ ਸਨ ਬਾਬਾ ਮਹਿਤਾ ਕਾਲੂ ਜੀ ਦੇ, ਸਾਰਿਆਂ ਨੂੰ ਸਦਾ ਭੇਜਿਆ ਹੈ ਤੇ ਸਾਰੇ ਜਿਹੜੇ ਨੇ ਉਸ ਸਮਾਗਮ ਦੇ ਵਿੱਚ ਹੁਣ ਇਕੱਤਰ ਹੋਣਗੇ। और जिनगर बेप्र बर रही बेदन बेद के बेता आई। ਨਗਰ ਵਿੱਚ ਜਿਹੜੇ ਹੋਰ ਵੀ ਬ੍ਰਾਹਮਣ ਰਹਿੰਦੇ ਸਨ, ਵੇਦਾਂ ਦੇ ਗਿਆਤੇ ਰਹਿੰਦੇ ਸਨ, ਸਾਰਿਆਂ ਨੂੰ ਸਦਾ ਭੇਜਿਆ ਹੈ। दयो अमंतु सबिन पुकारी आए कालू ताम मझारी। ਅਸਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਸਦਾ ਭੇਜਿਆ। ਛੇਤੀ ਹੀ ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪਹੁੰਚ ਗਏ ਹਨ। को मैं सोले पन चित करके पूरे ओ चौक हरक उर करके। ਅਸਲ ਦੇ ਵਿੱਚ ਫਿਰ ਜਿਹੜਾ ਹੈ ਜਿਵੇਂ ਪੰਡਿਤ ਜੀ ਕਰਦੇ ਨੇ, ਕਿਉਂਕਿ ਰਹੁ ਰੀਤੀ ਉਹਨਾਂ ਦੀ ਚੱਲ ਰਹੀ ਹੈ। ਗੁਰੂ ਸਾਹਿਬ ਜੀ ਤੇ ਹੁਣ ਫਿਰ ਸੱਚ ਦੀ ਗੱਲ ਕਰਨਗੇ ਬਾਅਦ ਦੇ ਵਿੱਚ, ਤੇ ਪੰਡਿਤ ਜੀ ਨੇ ਆਪਣਾ ਜੋ ਵੀ ਕਾਰ ਵਿਹਾਰ ਸੀ ਉੱਥੇ ਕੀਤਾ ਹੈ। ਇੱਥੋਂ ਤੱਕ ਕਵੀ ਜੀ ਕਹਿੰਦੇ ਗौ ਮੈਂ ਸੋ ਲੇਪਨ ਛਿਤ ਕਰਕੇ, ਗਾਂ ਦੇ ਗੋਹੇ ਦਾ ਪੋਚਾ ਫੇਰਿਆਗਾ, ਕਹਿੰਦੇ ਬੜਾ ਪਵਿੱਤਰ ਹੁੰਦਾ ਹੈ। ਇਹ ਮੈਂ ਫਿਰ ਬੇਨਤੀ ਕਰਾਂ, ਇਹ ਸਾਡੀ ਰਹੁ ਰੀਤੀ ਨਹੀਂ ਹੈ। ਇਹ ਬ੍ਰਾਹਮਣ ਕੁਲ ਦੇ ਵਿੱਚ ਜਿਹੜਾ ਅਸਲ ਦੇ ਵਿੱਚ ਜੋ ਰਹੁ ਰੀਤੀ ਹੈ ਉਸ ਮੁਤਾਬਕ ਕਵੀ ਜੀ ਕਹਿ ਰਹੇ ਨੇ ਆ ਕੁਝ ਹੋਇਆ ਹੈ। ਤੇ ਇਸ ਪ੍ਰਕਾਰ ਉੱਥੇ ਜਿਹੜਾ ਹੈ ਫਿਰ ਚੌਂਕਾ ਤਿਆਰ ਕੀਤਾ ਗਿਆ। ਹੁਣ ਤੁਸੀਂ ਜਿਹੜਾ ਹੈ ਇਸ ਘਟਨਾ ਤੋਂ ਵੀ ਜਾਣੂ ਹੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੈਸ਼ਨੋ ਸਾਧ ਨੂੰ ਜਿਹੜਾ ਉਪਦੇਸ਼ ਦਿੱਤਾ ਸੀ। ਜਦੋਂ ਅੱਗ ਲੈਣ ਗਏ ਸੀ ਨਾ ਭਾਈ ਮਰਦਾਨਾ ਜੀ, ਤੇ ਅੱਗਿਓਂ ਉਹ ਵੈਸ਼ਨੋ ਸਾਧ ਕਹਿੰਦਾ ਤੂੰ ਤੇ ਸ਼ੂਦਰ ਹੈ, ਨੀਵੀਂ ਜਾਤ ਦਾ ਹੈ, ਮੇਰਾ ਚੌਂਕਾ ਭੇਟ ਦਿੱਤਾ ਹੈ ਤੂੰ, ਸਾਰਾ ਦਿਨ ਖਰਾਬ ਕਰ ਦਿੱਤਾ। ਇੱਥੋਂ ਤੱਕ ਜਿਹੜਾ ਹੈ ਅਸਲ ਦੇ ਵਿੱਚ ਮੇਰਾ ਜੀਵਨ ਹੀ ਭ੍ਰਸ਼ਟ ਹੋ ਗਿਆ। ਅੱਗ ਦੇਣੀ ਕੀ ਸੀ, ਅੱਗ ਲੈ ਕੇ ਪਿੱਛੇ ਦੌੜ ਪਿਆ। ਭਾਈ ਮਰਦਾਨਾ ਜੀ ਅੱਗੇ ਅੱਗੇ ਨੇ, ਵੈਸ਼ਨੋ ਸਾਧ ਪਿੱਛੇ ਪਿੱਛੇ ਹੈ। ਗੁਰੂ ਸਾਹਿਬ ਜੀ ਦੇ ਪਿੱਛੇ ਖਲੋ ਕੇ ਕਹਿੰਦੇ ਮਾਲਕ ਜੀ ਬਚਾ ਲਓ, ਇਹਨੇ ਤੇ ਚੋ ਜਿਹੜਾ ਪਕੜਿਆ ਹੈ ਉਹ ਮੈਨੂੰ ਉਹਦੇ ਨਾਲ ਤੇ ਸਾੜ ਹੀ ਦੇਣਾ ਹੈ। ਇੰਨੇ ਗੁੱਸੇ ਵਿੱਚ ਹੈ। ਤੇ ਉੱਥੇ ਮਾਲਕ ਜੀ ਨੇ ਅੱਗੇ ਆਏਗੀ ਘਟਨਾ। ਫਿਰ ਸ਼ਬਦ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਸੀ ਕਿ ਤੇਰਾ ਚੌਂਕਾ ਕਿੱਦਾਂ ਦਾ ਹੋਣਾ ਚਾਹੀਦਾ ਹੈ। ਅਸਲ ਦੇ ਵਿੱਚ ਜਿਹੜਾ ਹੈ ਜੋ ਇਹ ਦੁਨਿਆਵੀ ਤੌਰ ਤੇ ਕਰ ਰਹੇ ਹੈ ਇਹ ਠੀਕ ਨਹੀਂ ਹੈ। ਅੰਦਰੂਨੀ ਤੇਰਾ ਚੌਂਕਾ ਕਿੱਦਾਂ ਦਾ ਹੋਣਾ ਚਾਹੀਦਾ ਹੈ। ਸੁੱਚ ਭਿੱਟ ਆਦਿਕ ਸਭ ਕੁਝ ਜਿਹੜਾ ਹੈ ਮਾਲਕ ਨੇ ਉਹ ਸ਼ਬਦ ਦੇ ਰਾਹੀਂ ਸਮਝਾਈ ਹੈ। ਤੇ ਇੱਥੇ ਜਿਹੜਾ ਹੈ ਰਹੁ ਰੀਤੀ ਮੁਤਾਬਕ ਉਹ ਕੀਤਾ ਜਾ ਰਿਹਾ ਹੈ। ਇਸ ਕਰਕੇ ਤੁਹਾਨੂੰ ਸੁਣਾ ਰਹੇ ਹਾਂ। ਤੇ ਕਈ ਇਹੋ ਜਿਹੇ ਵੀ ਇਹਦੇ ਵਿੱਚ ਨੇ ਜਿਹੜੇ ਗੁਰਮਤਿ ਤੋਂ ਉਲਟ ਨੇ, ਤੇ ਉਹ ਨਾ ਸੁਣਾ ਕੇ ਜਿਹੜਾ ਹੈ ਆਪਾਂ ਕੇਵਲ ਤਾਂ ਕੇਵਲ ਤੱਤ ਦੀ ਗੱਲ ਸਮਝਣੀ ਹੈ। ਕਿਉਂਕਿ ਗੁਰੂ ਮਰਿਆਦਾ ਅਨੁਸਾਰ ਗੁਰੂ ਘਰ ਦੇ ਵਿੱਚ ਜੋ ਚੀਜ਼ ਜਿਹੜਾ ਹੈ ਵਰਜਿਤ ਹੈ, ਨਹੀਂ ਅਲਾਊ ਹੈ, ਆਪਾਂ ਜਿਹੜਾ ਅਸਲ ਦੇ ਵਿੱਚ ਉਹ ਬਿਆਨ ਨਹੀਂ ਕਰ ਸਕਦੇ। ਇਸ ਲਈ ਇਹ ਰਹੁ ਰੀਤੀ ਪੰਡਤ ਜੀ ਦੀ ਚੱਲ ਰਹੀ ਹੈ। ਤੇ ਉੱਥੇ ਫਿਰ ਗਾਂ ਦਾ ਗੋਬਰ ਜਿਹੜਾ ਲਿਆ ਕੇ ਪੋਚਾ ਆਦਿਕ ਮਾਰਿਆ ਗਿਆ, ਚੌਂਕਾ ਤਿਆਰ ਕੀਤਾ ਗਿਆ। श्री नानक जी पुन बुलवाए
बाहज के बीच बिसाए। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾਇਆ ਗਿਆ ਤੇ ਬੁਲਾ ਕੇ ਫਿਰ ਬ੍ਰਾਹਮਣਾਂ ਤੇ ਖੱਤਰੀਆਂ ਦੇ ਵਿਚਕਾਰ ਜਿਹੜਾ ਗੁਰੂ ਸਾਹਿਬ ਜੀ ਨੂੰ ਬਿਠਾ ਦਿੱਤਾ ਗਿਆ। ज्यों उड़गन की सभा मझारा जावे पूरन इंद उदारा। ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ ਪੂਰਨਮਾਸੀ ਦਾ ਚੰਦਰਮਾ ਖਿੜਦਾ ਹੈ ਨਾ, ਮਾਨੋ ਕਿ ਜਿਹੜੇ ਬ੍ਰਾਹਮਣ ਖੱਤਰੀ ਸਨ ਇਹ ਤਾਰਿਆਂ ਦੇ ਵਾਂਗ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੂਰਨਮਾਸੀ ਦਾ ਚੰਦਰਮਾ ਖਿੜਿਆ ਹੋਇਆ ਇਸ ਪ੍ਰਕਾਰ ਸੁਸ਼ੋਭਿਤ ਹੋ ਰਹੇ ਹਨ। शोभा संयुत त्यों तह जाई बैसे बीच सभा सुखदाई। ਇਸ ਤਰ੍ਹਾਂ ਸੁੱਖਾਂ ਦੇ ਦਾਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੱਤਰੀਆਂ ਤੇ ਬ੍ਰਾਹਮਣਾਂ ਦੀ ਸਭਾ ਦੇ ਵਿੱਚ ਸ਼ੋਭਾ ਪਾ ਰਹੇ ਹਨ। क्षत्रिय रीत जुहती पुरातन सो की नीत ज्वर सब पात। ਇਸ ਪ੍ਰਕਾਰ ਜੋ ਛਤਰੀਆਂ ਦੀ ਜਿਹੜੀ ਪੁਰਾਤਨ ਰੀਤੀ ਚੱਲੀ ਆ ਰਹੀ ਸੀ, ਅਸਲ ਦੇ ਵਿੱਚ ਪੰਡਤ ਜੀ ਨੇ ਫਿਰ ਉਸ ਪ੍ਰਕਾਰ ਸਭ ਕੁਝ ਕੀਤਾ। कुल आचार सिखावन लागा पुन पावन जंजू अनुरागा। ਛਤਰੀ ਕੁਲ ਦੇ ਜਿਹੜੇ ਸਿੱਖਿਆ ਹੈ, ਜੋ ਆਚਰਣ ਹੈ, ਉਹ ਸਭ ਕੁਝ ਜਿਹੜਾ ਹੈ ਪੰਡਿਤ ਹਰਦਿਆਲ ਜੀ ਨੂੰ ਸਿਖਾਉਣ ਲੱਗੇ ਨੇ ਗੁਰੂ ਸਾਹਿਬ ਜੀ। ਤੇ ਇਸ ਪ੍ਰਕਾਰ ਸਿਖਾ ਕੇ ਸਭ ਕੁਝ ਕਰਕੇ ਫਿਰ ਜਿਹੜਾ ਹੁਣ ਜਨੇਊ ਪਾਉਣ ਲੱਗੇ ਹਨ। जगत विमोचन लोचन चारु चितवन कीनी मोख उदारू। ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਮੁਕਤੀ ਦੇ ਦਾਤੇ ਮਾਲਕ ਨੇ ਸੋਹਣੇ ਨੇਤਰਾਂ ਦੇ ਨਾਲ ਜਦੋਂ ਤੱਕਿਆ ਹੈ। बूझत पे द्विज मोय सुनावो किस कारण ते जन्यू पावो। ਜਦੋਂ ਵੇਖਿਆ ਨਾ ਕਿ ਹੁਣ ਪੰਡਤ ਜੀ ਪਾਉਣ ਲੱਗੇ ਨੇ ਜਨੇਊ, ਗੁਰੂ ਸਾਹਿਬ ਜੀ ਨੇ ਤੱਕਿਆ ਹੈ, ਤੱਕ ਕੇ ਪੁੱਛਣ ਲੱਗੇ ਦਿਜਵਰ ਜੀ, ਪੰਡਤ ਜੀ ਇਹ ਦੱਸੋ ਕਿ ਮੈਨੂੰ ਕਿਸ ਕਾਰਨ ਜਿਹੜਾ ਹੈ ਤੁਸੀਂ ਜੰਜੂ ਪਾਉਣ ਲੱਗੇ। ਕਿਸੇ ਨਾ ਕਿਸੇ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਤੁਸੀਂ ਦੱਸ ਸਕਦੇ ਹੋ। ਆ ਜਿਹੜਾ ਜਨੇਊ ਪਾ ਰਹੇ ਹੋ ਇਹ ਕਿਸ ਕਾਰਨ ਤੁਸੀਂ ਪਾ ਰਹੇ ਹੋ। कौन अधिकताया के पाए किस पदवी ए देख पुछाए। ਇਹਦੇ ਨਾਲ ਜਿਹੜਾ ਹੈ ਮਾਨੋ ਕਿ ਦੱਸੋ ਕੀ ਕੁਝ ਪ੍ਰਾਪਤ ਹੋ ਸਕਦਾ ਹੈ, ਕਿਸ ਜਾਤੀ ਕਰਕੇ ਜਿਹੜਾ ਹੈ ਇਹ ਮੇਰੇ ਗਲ ਦੇ ਵਿੱਚ ਤੁਸੀਂ ਪਾ ਰਹੇ ਹੋ, ਤੇ ਮਨੁੱਖ ਨੂੰ ਜਿਹੜਾ ਹੈ ਕਿਸ ਪਦਵੀ ਤੇ ਇਹ ਜਨੇਊ ਪਹੁੰਚਾ ਦਿੰਦਾ ਹੈ, ਕਿਰਪਾ ਕਰਕੇ ਦੱਸਣਾ ਕਰੋ। पहरे बिना नूनता जो दिजबर मोय समझाए सो। ਮੈਂ ਪਹਿਨਣ ਨੂੰ ਤਿਆਰ ਹਾਂ, ਪਰ ਉਸ ਤੋਂ ਪਹਿਲਾਂ ਅਸਲ ਦੇ ਵਿੱਚ ਮੈਨੂੰ ਸਮਝਾ ਦਿਓ। ਹੁਣ ਪੰਡਤ ਜੀ ਹੈਰਾਨ, ਕਿਉਂਕਿ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਇਹੋ ਜਿਹਾ। ਜਿੱਦਾਂ ਕਿਹਾ ਬ੍ਰਾਹਮਣ ਜੀ ਨੇ, ਪੰਡਤ ਜੀ ਨੇ ਉੱਦਾਂ ਕਰ ਲਿਆ। ਇਸੇ ਕਰਕੇ ਜਿਹੜਾ ਹੈ ਮਾਨੋ ਕਿ ਮਾਲਕ ਨੇ ਪਾਵਨ ਬਾਣੀ ਦੇ ਰਾਹੀਂ ਜਦੋਂ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ ਨਾ, ਉਹ ਫਿਰ ਸੰਸਾਰ ਦੇ ਅੰਦਰ ਕਈਆਂ ਨੂੰ ਚੁਭਿਆ ਬੜਾ ਹੈ, ਅੰਦਰ ਨੂੰ ਲੱਗਾ ਬੜਾ ਦਾ ਕਿ ਇਹ ਕਿਵੇਂ, ਇਹ ਕਿਉਂ ਕਹਿ ਰਹੇ ਨੇ, ਤੇ ਜੋ ਸੱਚ ਹੈ। ਇੱਥੇ ਜਿਹੜਾ ਇਹ ਨਹੀਂ ਕਹਿ ਰਹੇ ਕਿ ਨਾ ਪਾਓ। ਮਾਲਕ ਜੀ ਕਹਿੰਦੇ ਜਿਨ੍ਹਾਂ ਦਾ ਧਰਮ ਮੁਬਾਰਕ ਹੈ ਉਹਨਾਂ ਨੂੰ, ਪਰ ਇੱਕ ਗੱਲ ਚੇਤੇ ਰੱਖਿਓ, ਮੈਂ ਪਾਉਣ ਤੋਂ ਪਹਿਲਾਂ ਸਮਝਣਾ ਚਾਹੁੰਦਾ ਹਾਂ ਕਿ ਇਹਦੇ ਨਾਲ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ, ਇਹ ਜਿਹੜਾ ਹੈ ਕਿਉਂ ਤੁਸੀਂ ਪਾ ਰਹੇ ਹੋ, ਤੇ ਪਹਿਨਣ ਤੋਂ ਬਗੈਰ ਜਿਹੜਾ ਕੀ ਘਟ ਜਾਏਗਾ। ਇਸ ਕਰਕੇ ਇਹ ਚੀਜ਼ਾਂ ਮੈਨੂੰ ਪੰਡਤ ਜੀ ਸਮਝਾਉਣਾ ਕਰੋ। सुन हर ध्यान चौप चित चमकी इच्छा करत मोह भ्रम कम की। ਗੁਰੂ ਜੀ ਦੇ ਬਚਨ ਸੁਣ ਕੇ ਪੰਡਤ ਜੀ ਹੈਰਾਨ ਹੋ ਗਏ ਨੇ, ਸੋਚਾਂ ਦੇ ਵਿੱਚ ਪੈ ਗਏ। ਹੁਣ ਉਹਨਾਂ ਦੇ ਮਨ ਦੇ ਵਿੱਚ ਵੀ ਜਿਹੜਾ ਹੈ ਨਾ ਇੱਕ ਇੱਛਾ ਜੀ ਪੈਦਾ ਹੋਈ ਕਿ ਕਿਉਂ ਨਾ ਆਪਾਂ ਹੀ ਜਿਹੜਾ ਹੁਣ, ਕਿਉਂਕਿ ਰੌ ਰੀਤੀ ਮੁਤਾਬਕ ਜੋ ਕੁਝ ਹੁੰਦਾ ਹੈ ਨਾ, ਕਿਸੇ ਦੀ ਤਾਕਤ ਨਹੀਂ ਹੁੰਦੀ ਕਿ ਹਾਂ ਅਸਲ ਦੇ ਵਿੱਚ ਕੁਝ ਉਹਨੂੰ ਕਹਿ ਜਾਵੇ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਹੈ ਨਾ ਇਸ ਦਾਇਰੇ ਵਿੱਚ, ਸਿੱਖੀ ਧਰਮ ਦੇ ਵਿੱਚ ਖੁੱਲ੍ਹ ਦਿੱਤੀ ਹੋਈ ਹੈ। ਤੂੰ ਕੋਈ ਕਰਮ ਕਰ ਰਿਹਾ ਹੈ ਨਾ, ਉਹਦੇ ਬਾਰੇ ਤੂੰ ਪੁੱਛ ਸਕਦਾ ਹੈ, ਗੁਰੂ ਕੋਲੋਂ ਪੁੱਛ ਲੈ, ਭਾਵੇਂ ਜਿਹੜਾ ਹੈ ਗੁਰੂ ਕੇ ਸੇਵਕਾਂ ਤੋਂ ਪੁੱਛ ਲੈ। ਖੁੱਲ੍ਹ ਦਿੱਤੀ ਹੋਈ ਹੈ, ਹੋਰਾਂ ਧਰਮਾਂ ਦੇ ਵਿੱਚ ਨਹੀਂ।
ਤੁਸੀਂ ਪੁੱਛੋਗੇ ਅਗਲਿਆਂ ਨੇ ਬੜਾ ਕੁਝ ਸੁਣਾ ਦੇਣਾ ਤੁਹਾਨੂੰ, ਜਿਸ ਕਰਕੇ ਤੁਹਾਨੂੰ ਚੁੱਪ ਹੀ ਕਰਾ ਦੇਣਗੇ। ਅੱਗੇ ਸ਼ਬਦ ਆਏਗਾ ਜਿਹਦੇ ਵਿੱਚ ਗੁਰੂ ਸਾਹਿਬ ਜੀ ਜ਼ਿਕਰ ਕਰਨਗੇ, ਜੋ ਕੰਨ ਵਿੱਚ ਫੂਕ ਮਾਰ ਦਿੱਤੀ ਉਹ ਹੀ ਠੀਕ ਹੈ, ਉਹ ਤੋਂ ਇਲਾਵਾ ਅਸੀਂ ਕੁਝ ਨਹੀਂ ਕਰਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣੇ ਨੇ ਤੇ ਹੈਰਾਨ ਹੋ ਗਏ। ਮੈਂ ਫਿਰ ਕਹਾਂ, ਸਾਨੂੰ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਜੋ ਸਾਨੂੰ ਦ੍ਰਿੜ ਕਰਵਾ ਰਹੇ ਨੇ ਨਾ, ਕਿ ਅਸਲ ਦੇ ਵਿੱਚ ਸੱਚਾ ਜਨੇਊ ਕਿਹੜਾ ਹੁੰਦਾ ਹੈ। ਜੇ ਤੇ ਹੈ ਪੰਡਤ ਜੀ ਉਹ ਪਾ ਦਿਓ, ਨਹੀਂ ਹੈ ਤੇ ਮੈਂ ਨਹੀਂ ਪਾਉਣਾ, ਸਿੱਧੀ ਗੱਲ ਮਾਲਕ ਨੇ ਕਹੀ ਹੈ। ਤੇ ਇੱਥੇ ਜਨੇਊ ਦੇ ਨਾਲ ਵੈਰ ਨਹੀਂ ਹੈ, ਇਹ ਗੱਲ ਚੇਤੇ ਰੱਖ ਲਿਓ, ਕਿਉਂਕਿ ਲਾਈਵ ਵੀ ਚੱਲ ਰਿਹਾ ਹੈ। ਇਹ ਮਤਾ ਸਮਝਿਓ ਕਿ ਇੱਥੇ ਜਿਹੜਾ ਵੈਰ ਕੱਢਿਆ ਜਾ ਰਿਹਾ ਜਨੇਊ ਦੇ ਨਾਲ, ਤੇ ਇਹ ਗੱਲ ਸਮਝਣ ਯੋਗ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਵੀ ਧਰਮ ਨਾਲ ਕੋਈ ਵੈਰ ਨਹੀਂ ਹੈ ਤੇ ਕਿਸੇ ਦੇ ਧਰਮ ਦੇ ਚਿਹਨ ਦੇ ਨਾਲ ਕੋਈ ਵੈਰ ਨਹੀਂ ਹੈ। ਤੁਸੀਂ ਪੁੱਛੋਗੇ ਉਹ ਕਿਵੇਂ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਨੇਊ ਪਾਇਆ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੈਣ ਵੀ ਨਹੀਂ ਦਿੱਤਾ। ਜੇ ਸਾਡੇ ਅੰਦਰ ਵੈਰ ਹੁੰਦਾ ਨਾ ਤੇ ਕਸ਼ਮੀਰੀ ਪੰਡਤ ਗਏ ਸੀ, ਕਸ਼ਮੀਰੀ ਪੰਡਤ ਗਏ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਉੱਥੇ ਜਾ ਕੇ ਜੋਦੜੀ ਕੀਤੀ ਸੀ ਔਰੰਗਜ਼ੇਬ ਦਾ ਬੜਾ ਜ਼ੁਲਮ ਹੋ ਰਿਹਾ ਹੈ, ਮੁਗਲਿਆ ਹਕੂਮਤ ਬਹੁਤ ਤਸੱਦਦ ਕਰ ਰਹੀ ਹੈ। ਤੇ ਗੁਰੂ ਸਾਹਿਬ ਜੀ ਤੇ ਕਹਿ ਦਿੰਦੇ ਸਾਡਾ ਥੋੜ੍ਹੀ ਚਿੰਨ੍ਹ ਹੈਗਾ, ਕਹਿ ਦਿੰਦੇ, ਪਰ ਨਹੀਂ ਕਿਹਾ। ਤੇ ਉੱਥੇ ਇਹੋ ਹੀ ਬਚਨ ਕਹੇ ਸਨ, ਜੇ ਪਹਿਲੇ ਪਾਤਸ਼ਾਹ ਨੇ ਪਾਇਆ ਨਹੀਂ ਨਾ ਤੇ ਸਾਡਾ ਵੈਰ ਨਹੀਂ ਜਨੇਊ ਦੇ ਨਾਲ, ਤੇ ਜੇ ਤੁਸੀਂ ਆਏ ਹੋ ਗੁਰੂ ਨਾਨਕ ਦੇ ਘਰ ਦੇ ਵਿੱਚ ਤੁਹਾਡਾ ਜਨੇਊ ਲੈਣ ਵੀ ਨਹੀਂ ਦਿਆਂਗੇ, ਨਹੀਂ ਦਿਆਂਗੇ। ਬਚਾਵਾਂਗੇ, ਤੁਹਾਡੀ ਬੋਦੀ ਵੀ ਬਚਾਵਾਂਗੇ, ਤੁਹਾਡੀ ਧੋਤੀ ਵੀ ਬਚਾਵਾਂਗੇ, ਤੁਹਾਡਾ ਜਨੇਊ ਵੀ ਬਚਾਵਾਂਗੇ, ਤੁਹਾਡਾ ਤਿਲਕ ਵੀ ਬਚਾਵਾਂਗੇ। ਉਹਦੇ ਲਈ ਭਾਵੇਂ ਆਪਣਾ ਆਪ ਕਿਉਂ ਨਾ ਨਿਸ਼ਾਵਰ ਕਰਨਾ ਪਵੇ। ਇਹ ਚੀਜ਼ਾਂ ਸੰਸਾਰ ਦੇ ਅੰਦਰ ਵਿਖਾਈਆਂ ਨਹੀਂ ਜਾ ਰਹੀਆਂ ਅੱਜ ਕੱਲ੍ਹ। ਤੁਸੀਂ ਜਿਹੜਾ ਹੈ ਹੋਰ ਚੀਜ਼ਾਂ ਵਿਖਾਈਆਂ ਜਾ ਰਹੀਆਂ ਨੇ, ਇੱਥੇ ਆ ਹੋਇਆ, ਇੱਦਾਂ ਹੋਇਆ, ਪਰ ਆਹ ਚੀਜ਼ ਜਿਹੜੀ ਹੈ ਸੱਚੀ ਸੁੱਚੀ ਘਟਨਾ ਜਿਹੜੀ ਹੈ ਅਸਲ ਦੇ ਵਿੱਚ ਉਹਨੂੰ ਵਿਖਾਉਣ ਵਾਸਤੇ ਹਰ ਕੋਈ ਜਿਹੜਾ ਕਤਰਾਉਂਦਾ ਹੈ। ਕਾਰਨ ਕੀ ਹੈ? ਮਨੁੱਖ ਸਮਝਦਾ ਹੈ ਕਿ ਹਾਂ ਇਹ ਸੱਚਾਈ ਜੇਕਰ ਦਿਖਾ ਦਿੱਤੀ ਜਾਵੇ। ਤੇ ਇੱਥੋਂ ਤੱਕ ਵੀ ਵਿਦਵਾਨਾਂ ਨੇ ਕਿਹਾ ਹੈ, ਸਿਆਣੇ ਪੁਰਖ ਵੀ ਕਹਿੰਦੇ ਨੇ, ਇਹ ਕਹਿੰਦੇ ਨੇ, ਹੇ ਬ੍ਰਾਹਮਣ, ਹੇ ਪੰਡਤ ਜੀ, ਜਦੋਂ ਤੁਸੀਂ ਸ਼ੀਸ਼ੇ ਅੱਗੇ ਖੜੇ ਹੋ ਕੇ ਜਾਂ ਫਿਰ ਜਿਹੜਾ ਉਸ ਪ੍ਰਕਾਰ ਆਪਣੇ ਮੱਥੇ ਉੱਤੇ ਤਿਲਕ ਸਜਾਉਂਦੇ ਜੋ ਨਾ, ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਲਿਆ ਕਰੋ, ਕਿਉਂਕਿ ਇਹ ਕੋਈ ਕੁਮਕੁਮ ਜਾਂ ਫਿਰ ਚੰਦਨ ਦਾ ਕੋਈ ਤਿਲਕ ਨਹੀਂ ਹੈ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਹੈ, ਖੂਨ ਹੈ, ਆਮ ਨਹੀਂ ਹੈ ਕੋਈ। ਨਹੀਂ ਤੇ ਅਗਲਾ ਵੱਢੀ ਜਾਂਦਾ ਸੀ ਰੋਜ਼ ਸਵਾ ਮਣ ਜਨੇਊ ਤੋਲ ਕੇ, ਤੇ ਫਿਰ ਰੋਟੀ ਖਾਂਦਾ ਸੀ। ਉਹ ਸਹੁੰ ਖਾਧੀ ਸੀ ਉਹਨੇ। ਔਰੰਗਜ਼ੇਬ ਨੇ ਕਿ ਸਾਰੇ ਪਾਸੇ ਅਲੀ ਅਲੀ ਦਾ ਨਾਰਾ ਹੋਏਗਾ, ਤੇ ਗੁਰੂ ਸਾਹਿਬ ਜੀ ਕਹਿੰਦੇ ਕਿਉਂ? ਮਾਲਕ ਨੇ ਜਾੜੀ ਪੁੱਟ ਦਿੱਤੀ ਉਹਨਾਂ ਦੀ। ਸੋ ਮੇਰੇ ਕਹਿਣ ਦਾ ਭਾਵ, ਬੇਨਤੀ ਇੱਥੇ ਤਾਂ ਕੀਤੀ ਹੈ, ਮਾਲਕ ਨੇ ਜਿਹੜਾ ਹੈ ਇੱਥੇ ਰੋਕ ਦਿੱਤਾ ਪੰਡਤ ਜੀ ਨੂੰ। ਪੰਡਤ ਜੀ ਪਹਿਲਾਂ ਸਮਝਾ ਦਿਓ, ਤੁਹਾਡੇ ਕੋਲ ਕੁਝ ਹੈ, ਕੁਝ ਗਿਆਨ ਹੈ, ਬਹੁਤ ਗਿਆਨ ਹੈ, ਮੈਨੂੰ ਸਮਝਾਓ ਜਨੇਊ ਪਾਉਣ ਦਾ ਕੀ ਲਾਭ ਹੈ, ਇਹਦੇ ਨਾਲ ਕੀ ਪਦਵੀ ਪ੍ਰਾਪਤ ਹੁੰਦੀ ਹੈ, ਨਾ ਪਾਓ ਤੇ ਕੀ ਹੁੰਦਾ ਹੈ। ਇਹੋ ਜਿਹੇ ਸਵਾਲ ਮਾਲਕ ਨੇ ਪੰਡਤ ਜੀ ਅੱਗੇ ਰੱਖੇ ਹਨ। ਪੂਰਬ ਆਸ ਸੁਨਨ ਉਪਦੇਸ਼ੂ, ਬਨੀ ਸੁਬਿਦ ਅਬ ਮਿਟੈ ਕਲੇਸ਼ੂ। ਅਸਲ ਦੇ ਵਿੱਚ ਹੁਣ ਪੰਡਤ ਜੀ ਦੇ ਅੰਦਰ ਵੀ ਇੱਛਾ ਪ੍ਰਗਟ ਹੋਈ ਹੈ ਕਿ ਮੈਨੂੰ ਤੇ ਇਹ ਚੀਜ਼ ਦਾ ਅੱਜ ਤੱਕ ਇਲਮ ਨਹੀਂ ਹੈ। ਹਾਂ, ਇਹ ਜ਼ਰੂਰ ਦੱਸ ਸਕਦੇ ਹਾਂ, ਕਿਉਂਕਿ ਤੁਹਾਨੂੰ ਵੀ ਕੋਈ ਪ੍ਰਸ਼ਨ ਕਰਦਾ ਹੈ ਨਾ, ਜੇਕਰ ਤੁਸੀਂ ਕੋਈ ਕਰਮਕਾਂਡੀ ਰੀਤ ਕਰ ਰਹੇ ਹੋ, ਜੇ ਗੁਰੂ ਕੀ ਬਾਣੀ ਰਾਹੀਂ ਤੁਹਾਨੂੰ ਟੋਕਿਆ ਜਾਵੇ ਨਾ ਆਹ ਚੀਜ਼ ਗਲਤ ਹੈ, ਤੁਸੀਂ ਕਹੋਗੇ ਨਹੀਂ ਇਹ ਤਾਂ ਸਾਡੇ ਬਜ਼ੁਰਗ ਕਰਦੇ ਆ ਰਹੇ ਨੇ, ਤੁਸੀਂ ਇੱਦਾਂ ਕਹੋਗੇ। ਤੇ ਜੇ ਪੁੱਛੀਏ ਕਿ ਤੁਹਾਨੂੰ ਬਜ਼ੁਰਗਾਂ ਨੇ ਇਹ ਨਹੀਂ ਸਮਝਾਇਆ ਕਿ ਇਹ ਕਿਉਂ ਕਰਨਾ ਹੈ,
ਤੁਸੀਂ ਇਹੋ ਹੀ ਕਹੋਗੇ ਨਹੀਂ ਉਹ ਕਰਦੇ ਸੀ ਤੇ ਅਸੀਂ ਵੀ ਕਰ ਰਹੇ ਹਾਂ, ਬਸ ਬਾਤ ਖਤਮ। ਜਵਾਬ ਨਹੀਂ ਨਾ ਇਹਦਾ ਕੋਈ। ਜਾਂ ਤਾਂ ਜਵਾਬ ਹੋਵੇ ਕਿ ਹਾਂ ਆਹ ਚੀਜ਼ ਇਸ ਲਈ ਕੀਤੀ ਜਾ ਰਹੀ ਹੈ, ਫਿਰ ਤੇ ਮੰਨਿਆ ਜਾ ਸਕਦਾ ਹੈ। ਤੇ ਜੇ ਤੁਸੀਂ ਇਹ ਕਹਿ ਕੇ ਪੱਲਾ ਝਾੜ ਲਓਗੇ ਸਾਡੇ ਤੇ ਬਜ਼ੁਰਗ ਕਰਦੇ ਸਨ ਅਸੀਂ ਵੀ ਕਰ ਰਹੇ ਹਾਂ, ਤੇ ਗਾਂ ਫਿਰ ਬੱਚੇ ਵੀ ਕਹਿਣਗੇ ਕਿ ਹਾਂ ਸਾਡੇ ਮਾਤਾ ਪਿਤਾ ਜੀ ਕਰ ਰਹੇ ਨੇ ਤੇ ਅਸੀਂ ਵੀ ਕਰ ਰਹੇ ਹਾਂ। ਇਹਦਾ ਤੇ ਕੋਈ ਜਵਾਬ ਨਹੀਂ ਨਾ ਹੋਇਆ। ਤੇ ਬਾਬਾ ਮਹਿਤਾ ਕਾਲੂ ਜੀ ਵੀ ਹੈਰਾਨ ਨੇ ਕਿ ਮੈਂ ਵੀ ਨਹੀਂ ਪ੍ਰਸ਼ਨ ਕੀਤਾ ਪੰਡਿਤ ਜੀ ਨੂੰ, ਮੈਂ ਵੀ ਨਹੀਂ ਸੀ ਕੀਤਾ। ਰਿਸ਼ਤੇਦਾਰ ਹੈਰਾਨ ਨੇ ਕਿ ਹਾਲੇ ਤੇ ਬਾਲਕ ਨੇ, ਛੋਟੇ ਨੇ। ਆਰਬਲਾ ਕੇਵਲ 7, 8, 9 ਸਾਲ ਦੀ ਹੈ, ਕੇਵਲ ਇਤਨੀ ਹੈ। ਤੇ ਇਸ 9-10 ਸਾਲ ਦੀ ਆਰਬਲਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਸਵਾਲ ਕਰ ਰਹੇ ਨੇ, ਕਿਉਂਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਬਾਲਕ ਹੈ। ਪਰ ਸਾਡੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਵੇਂ ਸੰਸਾਰ ਦੇ ਅੰਦਰ ਜਿੱਦਣ ਪ੍ਰਗਟ ਹੋਏ ਸਨ ਉਦੋਂ ਤੋਂ ਹੀ ਗੁਰੂ ਨੇ ਸਾਡੇ ਵਾਸਤੇ। ਇਸ ਲਈ ਕਵੀ ਜੀ ਕਹਿੰਦੇ ਨੇ ਪੰਡਿਤ ਜੀ ਦੇ ਹਿਰਦੇ ਦੇ ਵਿੱਚ ਇਹ ਚੀਜ਼ ਜਿਹੜੀ ਹੈ ਨਾ ਪੈਦਾ ਹੋਈ ਕਿ ਅਸੀਂ ਵੀ ਜਾਣਨਾ ਕਰੀਏ, ਕਿਉਂ ਨਾ ਜਿਹੜਾ ਹੈ ਇਸ ਚੀਜ਼ ਨੂੰ ਜਾਣਿਆ ਜਾਵੇ। ਤੇ ਪੁੱਛਣ ਲੱਗੇ ਹਨ ਜਾਨਤ ਜੌਨ ਮਹਾਤਮ ਗੁਰ ਕੋ ਬੋਲਿਓ ਤਦਪ ਹਰਨ ਤਮ ਉਰ ਕੋ। ਗੁਰੂ ਜੀ ਨੂੰ ਇਹ ਜਿਹੜਾ ਹੈ ਦੱਸਣ ਵਾਸਤੇ ਹੁਣ ਜੋ ਉਹਨੂੰ ਆਉਂਦਾ ਸੀ, ਪੰਡਿਤ ਹਰਦਿਆਲ ਜੀ ਨੂੰ ਜੋ ਆਉਂਦਾ ਸੀ ਨਾ, ਉਹਨਾਂ ਨੇ ਫਿਰ ਜਿਹੜਾ ਹੈ ਸਾਰੀ ਵਾਰਤਾ ਉਹਨਾਂ ਅੱਗੇ ਰੱਖੀ ਹੈ। ਹੁਣ ਕੀ ਕਹਿ ਰਹੇ ਨੇ ਤੁਸੀਂ ਸੁਣਿਓ ਗੌਰ ਦੇ ਨਾਲ। ਕਹਿੰਦੇ ਜਾਨਤ ਜੌਨ ਮਹਾਤਮ ਗੁਰ ਕੋ ਬੋਲਿਓ ਤਦਪ ਹਰਨ ਤਮ ਉਰ ਕੋ। ਜੋ ਮਹਾਤਮ ਉਹ ਜਾਣਦੇ ਸਨ, ਉਹ ਜਿਹੜਾ ਹੈ ਮਹਾਤਮ, ਉਹ ਜਿਹੜਾ ਹੈ ਮੰਨੋ ਕਿ ਕਹਿ ਲਓ ਕਿ ਲਾਭ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪੰਡਿਤ ਜੀ ਨੇ ਦੱਸਿਆ ਹੈ। ਤੇ ਕਹਿਣ ਲੱਗੇ ਹਨ ਜਿਹੜੇ ਬ੍ਰਾਹਮਣ ਖੱਤਰੀ ਦਾ ਧਰਮ ਧਾਰਨ ਕਰਦੇ ਨੇ ਨਾ, ਜੰਜੂ ਪਾਉਣ ਨਾਲ ਉਹ ਪਵਿੱਤਰ ਹੋ ਜਾਂਦੇ ਨੇ। ਬਸ ਇੰਨਾ ਜੋ ਧਾਰਨ ਕਰਦੇ ਨੇ ਨਾ, ਉਹ ਜਦੋਂ ਇਹ ਪਾਉਂਦੇ ਨੇ ਤੇ ਉਹ ਪਵਿੱਤਰ ਹੋ ਜਾਂਦੇ ਹਨ। ਜਦ ਤੱਕ ਉਹ ਇਸ ਰੀਤ ਅਨੁਸਾਰ ਨਹੀਂ ਨਾ ਹੁੰਦੇ ਤਦ ਤੱਕ ਉਹ ਜਿਹੜਾ ਹੈ ਚੌਂਕੇ ਦੇ ਅਧਿਕਾਰੀ ਨਹੀਂ ਹੋ ਸਕਦੇ। ਉਹ ਕਹਿਣ ਤੋਂ ਭਾਵ ਇਹ ਹੈ ਉਹ ਫਿਰ ਜਿਹੜਾ ਹੈ ਪਵਿੱਤਰ ਨਹੀਂ ਮੰਨੇ ਜਾਂਦੇ ਜਿੰਨਾ ਚਿਰ ਇਹ ਜਨੇਊ ਨਹੀਂ ਪਾਉਂਦੇ। ਬ੍ਰਾਹਮਣ ਖੱਤਰੀ ਇਸ ਬਗੈਰ ਧਰਮਹੀਣ ਹੋ ਜਾਂਦੇ ਨੇ। ਤੁਸੀਂ ਇਸ ਭੇਦ ਨੂੰ ਸਮਝੋ। ਇਸ ਪ੍ਰਕਾਰ ਵੇਦਾਂ ਦੀ ਵਿਧੀ ਅਨੁਸਾਰ ਜੰਜੂ ਪਾ ਕੇ ਖੱਤੀ ਬ੍ਰਾਹਮਣ ਆਪਣੇ ਨਿਜ ਧਰਮ ਦੇ ਵਿੱਚ ਆਉਂਦੇ ਹਨ। ਕਿਰਪਾਲੂ ਸਤਿਗੁਰੂ ਜੀ ਨੇ ਜਦੋਂ ਪੰਡਿਤ ਜੀ ਦੇ ਇਹ ਬਚਨ ਸੁਣੇ ਨੇ ਨਾ, ਜੋ ਬੋਲ ਲਿਆ ਸੀ ਉਹ ਸੁਣੇ ਨੇ ਜਦੋਂ ਧਿਆਨ ਦੇ ਨਾਲ, ਤੇ ਮਾਲਕ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਫਿਰ ਬਚਨ ਆਖੇ ਹਨ। ਬ੍ਰਾਹਮਣ ਖੱਤਰੀ ਦਾ ਧਰਮ ਹੈ, ਇਸ ਕਰਕੇ ਉਹ ਆਪਣੇ ਗਲ ਦੇ ਵਿੱਚ ਸੂਤ ਪਾਉਂਦੇ ਨੇ, ਭਾਵ ਜਨੇਊ ਪਾਉਂਦੇ ਪਾ ਕੇ ਰੱਖਦੇ ਹਨ। ਪਰ ਪੰਡਿਤ ਜੀ ਇੱਕ ਗੱਲ ਦੱਸੋ ਕਿ ਚੰਗੇ ਕਰਮ ਕਰਨ, ਦਇਆ ਆਦਿ ਦਾ ਚੰਗੀ ਤਰ੍ਹਾਂ ਜਿਹੜਾ ਨਿਰਵਾਹ ਕਰਨ, ਜੇਕਰ ਇਹੋ ਜਿਹਾ ਸੂਤ ਪਾਇਆ ਜਾਵੇ, ਇਹੋ ਜਿਹਾ ਜਨੇਊ ਪਾਇਆ ਜਾਵੇ, ਉਹ ਸਾਡੇ ਲਈ ਠੀਕ ਨਹੀਂ ਹੈ। ਇਹ ਤੁਸੀਂ ਦੱਸਣਾ ਕਰੋ। ਪਰ ਅਸਲ ਦੇ ਵਿੱਚ ਜਨੇਊ ਪਾ ਕੇ ਤੇ ਭੈੜੇ ਕਰਮ ਕਰਦਾ ਫਿਰੇ ਮਨੁੱਖ, ਇਹ ਚਿਹਨ ਦੀ ਗੱਲ ਹੈ। ਅਸੀਂ ਵੀ ਵਿੱਚੇ ਹੋਨੇ, ਅਸੀਂ ਆਪਣਾ ਜਿਹੜਾ ਹੈ ਕਕਾਰਾਂ ਨੂੰ ਲੈ ਲਈਏ, ਤਨ ਤੇ ਸਜਾਏ ਨੇ, ਮਾਲਕ ਨੇ ਬਖਸ਼ੇ ਨੇ,
ਤੇ ਜੇ ਮੈਂ ਪਾ ਕੇ ਵੀ ਕੁਕਰਮ ਕਰਦਾ ਰਵਾਂ ਕੀ ਇਹ ਠੀਕ ਹੈ? ਨਹੀਂ। ਫਿਰ ਇਹਦੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਮਾਲਕ ਕਹਿੰਦੇ ਨੇ ਕਿ ਬਾਹਰ ਭੇਖ ਨਾ ਕਾਹੂ ਭੀਨ। ਰੱਬ ਬਾਹਰਲੇ ਪਹਿਰਾਵੇ ਦੇ ਨਾਲ ਕਦੀ ਵੀ ਨਹੀਂ ਰੀਝਦਾ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਸੌਖਾ ਹੈ ਸਮਝਣ ਵਾਸਤੇ ਧਰਮ ਨੂੰ ਨਾ। ਮਾਲਕ ਨੇ ਕਿਰਪਾ ਕੀਤੀ ਹੈ, ਜਿਵੇਂ ਆਪਾਂ ਇੱਕ ਬੱਚੇ ਨੂੰ ਸਕੂਲ ਦੇ ਵਿੱਚ ਪਾਉਂਦੇ ਹਾਂ ਨਾ, ਉਹਦੇ ਵਾਸਤੇ ਬੱਚਾ ਜਦੋਂ ਐਂਟਰੀ ਕਰਨੀ ਹੈ ਨਾ ਸਕੂਲ ਦੇ ਵਿੱਚ, ਉਹ ਤੋਂ ਪਹਿਲਾਂ ਬੱਚੇ ਨੂੰ ਡਰੈਸ ਦਿੱਤੀ ਜਾਂਦੀ ਹੈ, ਬੱਚੇ ਨੂੰ ਸਬਜੈਕਟ ਦਿੱਤਾ ਜਾਂਦਾ ਹੈ, ਤੇ ਬੱਚੇ ਨੂੰ ਉੱਥੋਂ ਦਾ ਜਿਹੜੇ ਰੂਲ ਨੇ, ਮਰਿਆਦਾ ਹੈ, ਉਹ ਸਮਝਾਈ ਜਾਂਦੀ ਹੈ। 3 ਚੀਜ਼ਾਂ ਹੁੰਦੀਆਂ ਨੇ, ਤੇ ਜੇ ਤਿੰਨੇ ਚੀਜ਼ਾਂ ਨੇ ਫਿਰ ਬੱਚਾ ਉੱਥੇ ਬੈਠ ਵੀ ਸਕਦਾ ਹੈ, ਬੱਚਾ ਪੜ੍ਹ ਵੀ ਸਕਦਾ ਹੈ, ਸਿੱਖਿਆ ਵੀ ਲੈ ਸਕਦਾ ਹੈ। ਧਰਮ ਦੇ ਵਿੱਚ ਵੀ ਇੱਦਾਂ ਹੈ। ਮਾਲਕ ਨੇ ਸਾਨੂੰ ਜਿਹੜਾ ਹੈ ਇਹ ਵਰਦੀ ਦਿੱਤੀ ਹੈ, ਤੇ ਵਰਦੀ ਦੇ ਨਾਲ ਨਾਲ 5 ਪਿਆਰਿਆਂ ਨੇ ਫਿਰ ਸਿੱਖਿਆ ਇਹ ਦਿੱਤੀ ਹੈ ਕਿ ਤੁਹਾਡਾ ਸਬਜੈਕਟ ਜਿਹੜਾ ਹੈ ਇਹ ਹੈ, ਜੋ ਦ੍ਰਿੜ ਕਰਵਾਉਂਦੇ ਨੇ ਉੱਥੇ। ਉਸ ਤੋਂ ਬਾਅਦ ਫਿਰ ਜਿਹੜਾ ਹੈ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਤੁਹਾਡੀ ਜਿਹੜੀ ਹੈ ਰੀਤ, ਤੁਹਾਡਾ ਦਾਇਰਾ, ਤੁਹਾਡੀ ਮਰਿਆਦਾ ਜਿਹੜੀ ਹੈ ਕਿਹੜੀ ਹੈ ਇਸ ਵਰਦੀ ਨੂੰ ਪਾ ਕੇ, ਉਹ ਫਿਰ ਦ੍ਰਿੜ ਕਰਵਾਈ ਜਾਂਦੀ। 3 ਚੀਜ਼ਾਂ। ਤੇ ਜੇ ਮੈਂ ਕੇਵਲ ਵਰਦੀ ਪਾ ਲਈ, ਨਾ ਮੇਰੇ ਕੋਲ ਸਬਜੈਕਟ ਹੈ, ਨਾ ਮੇਰੇ ਕੋਲ ਕੋਈ ਜਿਹੜਾ ਹੈ ਮਰਿਆਦਾ ਹੈ, ਤੇ ਮੈਂ ਕਹਾਂ ਕਿ ਅਸਲ ਦੇ ਵਿੱਚ ਮੈਂ ਫਲਾਣੇ ਸਕੂਲ ਦਾ ਵਿਦਿਆਰਥੀ ਹਾਂ, ਤੇ ਉਹ ਕੋਈ ਮਾਨੇ ਰੱਖਦਾ ਹੈ? ਨਹੀਂ। ਉਹ ਕੇਵਲ ਤਾਂ ਕੇਵਲ ਗਿਣਤੀ ਵਿੱਚ ਆਏਗਾ, ਪਰ ਪ੍ਰੋਪਰ ਜਿਹੜਾ ਹੈ ਉਸ ਸਕੂਲ ਦਾ ਵਿਦਿਆਰਥੀ ਅਖਵਾ ਹੀ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਨਾ ਕੋਈ ਪੜ੍ਹਾਈ ਹੈ ਤੇ ਨਾ ਅਸਲ ਦੇ ਵਿੱਚ ਕੋਈ ਮਰਿਆਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਇਹੋ ਹੀ ਦ੍ਰਿੜ ਕਰਵਾ ਰਹੇ ਨੇ। ਪੰਡਤ ਜੀ, ਜੇਕਰ ਗਲ ਦੇ ਵਿੱਚ ਸੂਤ ਪਾ ਕੇ, ਜਨੇਊ ਪਾ ਕੇ ਭੈੜੇ ਕੰਮ ਕਰਦਾ ਫਿਰੇ ਮਨੁੱਖ, ਧਨ ਹਿਤ ਹਿੰਸਾ ਧਰੋਹੇ ਅਧਰਮ, ਅਸਲ ਦੇ ਵਿੱਚ ਧਨ ਹਿਤ, ਪੈਸੇ ਦੀ ਖਾਤਰ ਹਿੰਸਾ ਕਰੇ, ਪੈਸੇ ਦੀ ਖਾਤਰ ਜਿਹੜਾ ਹੈ ਧੱਕਾ ਕਰੇ ਕਿਸੇ ਨਾਲ, ਪੈਸੇ ਦੀ ਖਾਤਰ ਅਧਰਮ ਕਰੇ। ਅੰਤ ਤੱਕ ਦੁਸ਼ਟਤਾ ਧਾਰਨ ਕਰਦਾ ਰਵੇ ਮਨੁੱਖ। ਦੁਸ਼ਟ ਅਸਲ ਦੇ ਵਿੱਚ ਜਿਹੜਾ ਹੈ ਸੁਭਾਅ ਅਪਣਾਈ ਰੱਖੇ, ਝੂਠ ਬੋਲਦਾ ਰਵੇ, ਚੁਗਲੀਆਂ ਕਰੇ, ਤੇ ਚੁਗਲੀ ਨੂੰ ਜਿਹੜਾ ਹੈ ਚਿੱਤ ਲਾ ਕੇ ਪਿਆਰ ਕਰੇ। ਕਈ ਬੜਾ ਪਿਆਰ ਕਰਦੇ ਨੇ ਚੁਗਲੀਆਂ ਨੂੰ, ਕਿਉਂਕਿ ਉਹਨਾਂ ਦਾ ਟਾਈਮ ਨਹੀਂ ਪਾਸ ਹੁੰਦਾ। ਕੋਈ ਇਹੋ ਜਿਹੇ ਹੁੰਦੇ ਨੇ, ਉਹ ਇੱਧਰ ਦੀਆਂ ਉੱਧਰ ਜਿੰਨਾ ਚਿਰ ਨਾ ਕਰ ਲੈਣ, ਰੋਟੀ ਨਹੀਂ ਹਜਮ ਹੁੰਦੀ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਚਿਹਨ ਪਾ ਕੇ ਕੋਈ ਚੁਗਲੀ ਕਰੇ, ਕੋਈ ਝੂਠ ਬੋਲੇ, ਕੋਈ ਧੱਕਾ ਕਰੇ ਕਿਸੇ ਨਾਲ, ਕੋਈ ਜਿਹੜਾ ਮੰਨੋ ਕਿ ਹਿੰਸਾ ਕਰੇ, ਕੋਈ ਅਧਰਮ ਕਰੇ, ਦੁਸ਼ਟਤਾ ਕਰੇ, ਫਿਰ ਇਸ ਚਿਹਨ ਪਾਏ ਦਾ ਕੀ ਲਾਭ ਹੈ? ਜੋ ਖਤਰੀ ਦਵਿਜ ਕੀ ਦੋ ਚੰਡਾਲਾ ਸਹਿ ਜਾਏ ਜਮਦੰਡ ਵਿਸਾਲਾ। ਜਿਹੜੇ ਖੱਤਰੀ ਬ੍ਰਾਹਮਣ ਅਸਲ ਦੇ ਵਿੱਚ, ਕਹਿਣ ਤੋਂ ਭਾਵ ਕਿ ਜੋ ਚਿਹਨ ਪਾ ਕੇ, ਧਰਮ ਦਾ ਚਿਹਨ ਪਾ ਕੇ ਅਸਲ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਨੇ, ਉਹ ਤੇ ਖੁਦ ਚੰਡਾਲਾਂ ਵਰਗੇ ਨੇ, ਚੰਡਾਲਾਂ ਦਾ ਰੂਪ ਨੇ ਉਹ। ਤੇ ਜਮਾਂ ਦਾ ਫਿਰ ਬਹੁਤ ਵੱਡਾ ਜਿਹੜਾ ਡੰਡ ਉਹਨਾਂ ਨੂੰ ਸਹਿਣਾ ਪੈਂਦਾ ਹੈ। ਉਹਨਾਂ ਨੂੰ ਫਿਰ ਜਿਹੜਾ ਹੈ ਜਨੇਊ ਨੇ ਫਿਰ ਕੀ ਫਲ ਦਿੱਤਾ ਹੈ ਦੱਸੋ? ਕੋਈ ਫਲ ਦਿੱਤਾ? ਧਰਮ ਦਾ ਚਿਹਨ ਪਾ ਕੇ ਜਿਹੜਾ ਕੁਝ ਫਲ ਮਿਲਿਆ? ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਵਾਬ ਦਿਓ, ਇੱਥੇ ਤੇ ਪਾਪ ਕਰਦਾ ਰਿਹਾ ਤੇ ਨਰਕਾਂ ਦੀ ਜ਼ਿੰਦਗੀ ਤੇ ਇੱਥੇ ਭੋਗਦਾ ਰਿਹਾ ਮਨੁੱਖ, ਤੇ ਫਿਰ ਉਸ ਚਿਹਨ ਨੇ ਜਿਹੜਾ ਧਰਮ ਦੇ ਚਿਹਨ ਨੇ ਕੀ ਕੀਤਾ ਹੈ? ਸੁਨ ਕਰ ਬਚ ਦਿਜ ਪਰ ਜੇ ਪੈਸੇ ਖਾਏ ਮਸ਼ਟ ਕੁਛ
ਆਵਨ ਜੈਸੇ। ਇਸ ਪ੍ਰਕਾਰ ਜਦ ਉੱਥੇ ਬੈਠੇ ਸਾਰੇ ਬ੍ਰਾਹਮਣਾਂ ਨੇ, ਸਾਰੇ ਪੰਡਤਾਂ ਨੇ, ਜਿਤਨੇ ਵੀ ਰਿਸ਼ਤੇਦਾਰ ਬੈਠੇ ਸਨ, ਬਚਨ ਸੁਣੇ ਨੇ ਗੁਰੂ ਨਾਨਕ ਸਾਹਿਬ ਜੀ ਦੇ, ਤੇ ਚੁੱਪ ਹੋ ਕੇ ਬੈਠ ਗਏ। ਕੋਈ ਜਵਾਬ ਹੀ ਨਹੀਂ ਕਿਸੇ ਕੋਲ ਹੈ, ਜਵਾਬ ਹੀ ਨਹੀਂ। ਜਿਵੇਂ ਉਹਨਾਂ ਨੂੰ ਕੁਝ ਜਿਹੜਾ ਹੈ ਆਉਂਦਾ ਹੀ ਨਾ ਹੋਵੇ। ਕਵੀ ਜੀ ਕਹਿੰਦੇ ਐਂ ਬੈਠ ਕੇ, ਜਿਵੇਂ ਤੁਸੀਂ ਆਮ ਜਾਂ ਸਭ ਪੜ੍ਹੇ ਜੋ ਨਾ, ਕਲਾਸ ਦੇ ਵਿੱਚ ਜੇਕਰ ਕੋਈ ਕੁਐਸਚਨ ਇਹੋ ਜਿਹਾ ਕਰ ਦੇਵੇ ਨਾ ਟੀਚਰ, ਤੇ ਜੇ ਨਾ ਆਉਂਦਾ ਹੋਵੇ ਤੇ ਬੱਚਾ ਆਪਣੇ ਆਪ ਨੂੰ ਛੁਪਾਉਂਦਾ ਹੈ ਕਿਤੇ ਟੀਚਰ ਮੈਨੂੰ ਨਾ ਕਹਿ ਦੇ। ਸਾਡੇ ਨਾਲ ਵੀ ਇੱਦਾਂ ਹੀ ਹੋਇਆ, ਕਈ ਵਾਰ ਹੋਇਆ ਕਿ ਜੇ ਨਾ ਆਉਂਦਾ ਹੈ ਨਾ ਤੇ ਆਪਣੇ ਆਪ ਨੂੰ ਇਹ ਛੁਪਾਉਣਾ ਹੈ ਕਿ ਕਿਤੇ ਨਜ਼ਰਾਂ ਵਿੱਚ ਨਾ ਆ ਜਾਈਏ, ਕਿਤੇ ਆਵਾਜ਼ ਮਾਰ ਲਏ ਤੇ ਸਾਡੀ ਬੇਇੱਜ਼ਤੀ ਹੋ ਜਾਣੀ। ਤੇ ਗੁਰੂ ਸਾਹਿਬ ਜੀ ਨੇ ਜਦੋਂ ਪ੍ਰਸ਼ਨ ਰੱਖੇ ਨੇ ਨਾ, ਕੇਵਲ ਪੰਡਿਤ ਹਰਦਿਆਲ ਅੱਗੇ ਹੀ ਨਹੀਂ ਰੱਖੇ, ਉੱਥੇ ਜਿਤਨੇ ਬੈਠੇ ਹੋਏ ਗਿਆਤਾ ਸਨ, ਪੰਡਿਤ ਸਨ, ਬ੍ਰਾਹਮਣ ਸਨ, ਖੱਤਰੀ ਸਨ, ਹੋਰ ਵੀ ਰਿਸ਼ਤੇਦਾਰ ਸਨ, ਇਹ ਸਵਾਲ ਸਾਰਿਆਂ ਨੂੰ ਸਨ, ਕਿਉਂਕਿ ਕਈਆਂ ਨੇ ਉੱਥੇ ਜਨੇਊ ਪਾਇਆ ਵੀ ਹੋਏਗਾ, ਸਾਰਿਆਂ ਨੂੰ ਸਨ। ਤੇ ਕਵੀ ਜੀ ਕਹਿੰਦੇ ਉੱਥੇ ਐ ਸ਼ਾਂਤੀ ਛਾ ਗਈ ਹੈ ਕਿ ਜਿਵੇਂ ਕੋਈ ਬੈਠਾ ਹੀ ਨਾ ਹੋਵੇ। ਇਹ ਚੁੱਪ ਕਰਕੇ ਬੈਠ ਗਏ ਹਨ। ਸਨਮੁਖ ਉੱਤਰ ਦੇਤ ਨ ਕੋ, ਕਹਿਤ ਸਤ ਸਮਝਤ ਚਿਤ ਸੋ। ਅਸਲ ਦੇ ਵਿੱਚ ਸਾਹਮਣੇ ਹੋ ਕੇ ਕੋਈ ਵੀ ਉੱਤਰ ਨਹੀਂ ਸੀ ਦੇ ਰਿਹਾ, ਤੇ ਸਾਰੇ ਆਪਣੇ ਮਨ ਵਿੱਚ ਸਮਝ ਗਏ ਸੀ ਕਿ ਜੋ ਕੁਝ ਕਿਹਾ ਹੈ ਨਾ ਗੁਰੂ ਸਾਹਿਬ ਜੀ ਨੇ ਬਿਲਕੁਲ ਸੱਚ ਹੈ, ਸੱਚੀ ਗੱਲ ਹੈ। ਤਦਪ ਸੁਨਨ ਕੀ ਬਚ ਅਭਿਲਾਖਾ, ਕ੍ਰੋਹਤ ਹਰ ਦਿਆਲ ਇਸ ਇਮ ਪਾਖਾ। ਪੰਡਤ ਜੀ ਵਿੱਚ ਫਿਰ ਜਿਹੜਾ ਹੈ ਨਾ ਗੁਰੂ ਸਾਹਿਬ ਜੀ ਦੇ ਬਚਨ ਸੁਣਨ ਦੀ ਹੋਰ ਇੱਛਾ ਪੈਦਾ ਹੋਈ ਹੈ। ਤੇ ਜਦੋਂ ਕੋਈ ਬੰਦਾ ਡਿਸਕਸ ਕਰਨ ਲੱਗ ਪੈਂਦਾ ਨਾ, ਵਿਚਾਰ ਕੋਈ, ਤੇ ਜੇਕਰ ਕਿਸੇ ਵਿੱਚ ਚਾਹਨਾ ਹੁੰਦੀ ਹੈ, ਉਹ ਕੋਈ ਨਾ ਕੋਈ ਫਿਰ ਪ੍ਰਸ਼ਨ ਅੱਗੇ ਰੱਖਦਾ ਹੀ ਰਹਿੰਦਾ। ਤੇ ਜਿਨ੍ਹਾਂ ਨੇ ਪੱਲਾ ਝਾੜਨਾ ਹੁੰਦਾ ਨਾ, ਛੱਡੋ, ਉਹ ਕੋਈ ਨਾ ਕੋਈ ਬਹਾਨਾ ਲਾ ਕੇ ਤੇ ਆਪਣੇ ਆਪ ਨੂੰ ਸਾਈਡ ਕਰ ਲੈਂਦੇ ਨੇ। ਤੇ ਜਿਨ੍ਹਾਂ ਦੇ ਅੰਦਰ ਕੁਝ ਜਾਣਨ ਦੀ ਇੱਛਾ ਹੁੰਦੀ ਹੈ ਨਾ ਕਿ ਅਸੀਂ ਹੋਰ ਕੁਝ ਜਾਣੀਏ, ਉਹ ਫਿਰ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਕੇ ਕੇਵਲ ਜਿਹੜਾ ਹੈ ਉਸ ਤੱਤ ਦੀ ਗੱਲ ਨੂੰ ਸਮਝਣਾ ਚਾਹੁੰਦੇ ਨੇ। ਤੇ ਪੰਡਿਤ ਹਰਦਿਆਲ ਜੀ ਦੇ ਅੰਦਰ ਜਿਹੜਾ ਹੈ ਇੱਛਾ ਪੈਦਾ ਹੋਈ ਹੈ ਕਿ ਕਿਉਂ ਨਾ ਆਪਾਂ ਹੋਰ ਗੁਰੂ ਸਾਹਿਬ ਜੀ ਦੇ ਬਚਨ ਸੁਣੀਏ। ਮਾਲਕ ਜੀ ਕੀ ਕਹਿੰਦੇ ਹਨ? ਕੌਣ ਜਨਿਉ ਤੇ ਜਾਏ ਨ ਨਰਕਾ, ਜਾਂਤੇ ਜਮਨੇ ਕਰੇ ਕੁਤਰਕਾ। ਪੰਡਿਤ ਜੀ ਕਹਿਣ ਲੱਗੇ ਚਲੋ ਠੀਕ ਹੈ, ਸਾਨੂੰ ਨਹੀਂ ਆਉਂਦਾ, ਪਰ ਤੁਸੀਂ ਦੱਸੋ ਫਿਰ ਕਿਹੜਾ ਜੰਝੂ ਇਹੋ ਜਿਹਾ ਹੈ ਜਿਸ ਦੇ ਪਾਉਣ ਦੇ ਨਾਲ ਮਨੁੱਖ ਨਰਕਾਂ ਨੂੰ ਨਹੀਂ ਜਾਂਦਾ? ਉਹ ਕਿਹੜਾ ਜੰਝੂ ਹੈ ਜਿਸ ਨੂੰ ਪਹਿਨਣ ਦੇ ਨਾਲ ਜਮ ਦੁਖੀ ਨਹੀਂ ਕਰ ਸਕਦੇ? ਤੁਸੀਂ ਦੱਸ ਦਿਓ ਜੇ ਤੁਹਾਨੂੰ ਪਤਾ ਹੈ ਤਾਂ। ਹਾਂਜੀ। ਸੋ ਨਿਜ ਰਸਨਾ ਦੇਹ ਸੁਨਾਈ, ਸੁਨਨ ਚਾਹ ਸਭ ਉਰ ਹਰ ਖਾਈ। ਅਸਲ ਦੇ ਵਿੱਚ ਆਪਣੀ ਮਿੱਠੀ ਬੋਲੀ ਵਿੱਚ ਸਾਨੂੰ ਇਹ ਗੱਲ ਸੁਣਾਓ। ਸੁਣਨ ਦੀ ਚਾਹਨਾ ਜਿਹੜੀ ਹੈ ਸਾਰਿਆਂ ਦੇ ਹਿਰਦੇ ਵਿੱਚ ਪੈਦਾ ਹੋਈ ਹੈ, ਕਿਉਂਕਿ ਤੁਸੀਂ ਪ੍ਰਸ਼ਨ ਰੱਖੇ ਨੇ, ਉਹਨਾਂ ਦਾ ਉੱਤਰ ਕਿਸੇ ਕੋਲ ਵੀ ਨਹੀਂ ਹੈ। ਤੇ ਅੱਜ ਹੁਣ ਜਿਹੜਾ ਹੈ ਅਸੀਂ ਪ੍ਰਸ਼ਨ ਰੱਖ ਰਹੇ ਹਾਂ, ਕਿਰਪਾ ਕਰਕੇ ਜੇ ਉੱਤਰ ਹੈ ਤੇ ਸਾਨੂੰ ਸੁਣਾਉਣਾ ਕਰੋ। ਕਮਲ ਬਦਨ ਫੁਲ ਬਚਨ ਬਖਾਨੇ, ਜਿਸ ਜੰਝੂ ਤੇ ਜਨ ਸਨਮਾਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਮੁਖ ਤੋਂ ਫਿਰ ਬਚਨ ਕਹੇ ਨੇ, ਜਿਸ ਜੰਝੂ ਦਾ ਹਰ ਕੋਈ ਜਿਹੜਾ ਹੈ ਆਦਰ ਕਰਦਾ ਹੈ ਤੇ ਕਰੇ, ਉਸ ਜੰਝੂ ਬਾਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਦ੍ਰਿੜ ਕਰਵਾ ਰਹੇ ਹਨ। ਸ਼੍ਰੀ ਮੁਖ ਵਾਕ ਸ਼ਲੋਕ ਮਹਿਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਬਚਨ ਆਸਾ ਕੀ ਵਾਰ ਜਦੋਂ ਦ੍ਰਿੜ ਕਰੋਗੇ ਨਾ, ਪੜ੍ਹਦੇ ਹੋ, ਸੁਣਦੇ ਹੋ, ਕੀਰਤਨ ਦੇ ਰਾਹੀਂ ਵੀ ਰੋਜ਼ ਜੇਕਰ ਕੋਈ ਸੁਣਦਾ ਹੈ ਤੇ ਹਰ ਰੋਜ਼ ਇਹ ਬਚਨ ਜਿਹੜਾ ਹੈ ਆਉਂਦਾ ਹੈ। ਇਹ ਪਾਵਨ ਅੰਗ 471 ਤੇ ਸੁਭਾਇਮਾਨ ਹੈ। ਦਰਸ਼ਨ ਕਰ ਲਿਓ ਕਿ ਜੰਝੂ ਜਿਹੜਾ ਹੈ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਦਇਆ ਨੂੰ ਕਪਾਹ ਬਣਾ, ਦਇਆ ਨੂੰ ਕਪਾਹ।
ਸੰਤੋਖ ਨੂੰ ਧਾਗਾ, ਜਤ ਗੰਢੀ ਸਤ ਵੱਟ, ਸਬਰ ਨੂੰ ਗੰਢ ਤੇ ਸੱਚ ਨੂੰ ਮਰੋੜਾ ਬਣਾ। ਐਦਾਂ ਜਨੇਊ ਵੱਟ। 4 ਪ੍ਰਕਾਰ ਦੇ ਉੱਦਾਂ ਜਨੇਊ ਨੇ। ਤੇ ਜੇ ਜਾਣਨ ਦੇ ਇੱਛੁਕ ਹੋ ਤੇ ਕੱਲ ਜਿਹੜਾ ਹੈ ਸਾਂਝ ਪਾਈ ਜਾਏਗੀ। ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੋ ਸਿੱਖਿਆ ਦੇ ਰਹੇ ਨੇ, ਮਾਲਕ ਜੀ ਕਹਿੰਦੇ ਦਇਆ ਦਾ ਕਪਾਹ ਹੋਵੇ, ਸੰਤੋਖ ਦਾ ਧਾਗਾ ਹੋਵੇ, ਸਬਰ ਨੂੰ ਗੰਢ ਦੇ, ਸੱਚ ਨੂੰ ਮਰੋੜਾ ਬਣਾ। ਹਾਂਜੀ, ਇਹ ਜਨੇਊ ਜੀ ਕਾ ਹਈ ਨ ਹਈ ਤ ਪਾਂਡੇ ਕਤ। ਇਹ ਹੈ ਜਨੇਊ ਆਤਮਾ ਦਾ। ਜਿਸ ਕਰਕੇ ਤੁਹਾਡੇ ਕੋਲ ਇਹ ਹੈ ਤੇ ਪਾਂਡੇ ਜੀ, ਭਾਵ ਪੰਡਤ ਜੀ, ਬ੍ਰਾਹਮਣ ਜੀ, ਤਦ ਮੈਨੂੰ ਪਾ ਦਿਓ, ਮਨਾ ਨਹੀਂ ਕਰਾਂਗਾ ਮੈਂ। ਜੇਕਰ ਇਹੋ ਜਿਹਾ ਜਨੇਊ ਤੁਹਾਡੇ ਕੋਲ ਹੈ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨ ਜਾਏ। ਤੁਸੀਂ ਜੋ ਜਨੇਊ ਪਾਓਗੇ ਉਹ ਟੁੱਟੇਗਾ ਵੀ, ਉਹਨੂੰ ਮੈਲ ਵੀ ਲੱਗੇਗੀ, ਉਹ ਨਾਸ਼ ਵੀ ਹੋਏਗਾ। ਪਰ ਜੋ ਮੈਂ ਦ੍ਰਿੜ ਕਰਵਾ ਰਿਹਾ, ਨਾ ਇਹ ਟੁੱਟਦਾ ਹੈ, ਨਾ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਗਵਾਚਦਾ ਹੈ। ਕਿੰਨਾ ਵਧੀਆ ਜਨੇਊ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹੋ ਜਿਹਾ ਜਨੇਊ ਪੰਡਤ ਜੀ ਹੈ ਤੇ ਦੱਸੋ। ਤਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ। ਅਸਲ ਦੇ ਵਿੱਚ ਉਹ ਪ੍ਰਾਣੀ ਧਨ ਨੇ, ਧਨਤਾ ਯੋਗ ਨੇ, ਜੋ ਅਜਿਹਾ ਜਨੇਊ ਆਪਣੀ ਜਿਹੜਾ ਹੈ ਗਰਦਨ ਦੁਆਲੇ ਪਾ ਕੇ ਜਿਹੜਾ ਜਾਂਦੇ ਨੇ। ਕਹਿਣ ਤੋਂ ਭਾਵ ਕਿ ਜਿਨ੍ਹਾਂ ਨੇ ਇਹੋ ਜਿਹਾ ਜਨੇਊ ਧਾਰਨ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਧਨ ਨੇ, ਧਨਤਾ ਯੋਗ ਨੇ। ਤੇ ਇਸ ਲਈ ਮਾਲਕ ਜੀ ਕਹਿਣ ਲੱਗੇ ਇਹੋ ਜਿਹਾ ਜਨੇਊ ਪੰਡਤ ਜੀ ਹੈ ਤੇ ਪਾਓ। ਅੱਗੇ ਸ਼ਬਦ ਜਿਹੜਾ ਹੈ ਲੰਬੇਰਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਹੋਰ ਵੀ ਸਿੱਖਿਆ ਦੇਣਗੇ ਜਨੇਊ ਬਾਰੇ। ਤੇ ਸਿੱਖਿਆ ਕੀ ਦੇਣਗੇ ਤੇ ਕਿਵੇਂ ਜਿਹੜਾ ਹੈ ਉੱਥੇ ਬੈਠੇ ਲੋਕਾਂ ਦੇ ਕਵਾਟ ਖੁੱਲ੍ਹਣਗੇ ਤੇ ਹੈਰਾਨ ਵੀ ਹੋਣਗੇ ਕਿ ਅੱਜ ਤੱਕ ਕਿਸੇ ਨੇ ਵੀ ਪ੍ਰਸ਼ਨ ਨਹੀਂ ਸੀ ਕੀਤਾ ਪੰਡਤ ਜੀ ਨੂੰ, ਬ੍ਰਾਹਮਣ ਜੀ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਕਿਉਂਕਿ ਮਾਲਕ ਸੰਸਾਰ ਤੇ ਸੱਚ ਨੂੰ ਦ੍ਰਿੜ ਕਰਵਾਉਣ ਵਾਸਤੇ ਆਏ ਨੇ, ਸੱਚ ਦੇ ਨਾਲ ਜੋੜਨ ਵਾਸਤੇ ਆਏ ਨੇ, ਕਰਮ ਕਾਂਡਾਂ ਤੋਂ ਸਾਨੂੰ ਦੂਰ ਕਰਨ ਵਾਸਤੇ ਆਏ ਨੇ। ਇਸ ਲਈ ਪਹਿਲਾਂ ਮਾਲਕ ਨੇ ਕਿਰਪਾ ਕੀਤੀ ਗੋਪਾਲ ਪਾਂਧੇ ਤੇ, ਫਿਰ ਮੌਲਵੀ ਸਾਹਿਬ ਤੇ ਕਿਰਪਾ ਕਰ ਦਿੱਤੀ। ਸ਼ਬਦ ਆਪਾਂ ਤੀਸਰਾ ਇਤਿਹਾਸ ਦੇ ਵਿੱਚ ਵਿਚਾਰ ਰਹੇ ਹਾਂ। ਹੁਣ ਨੌਲੇਜ ਹੀ ਵੱਧ ਰਹੀ ਹੈ। ਜੋ ਤੁਸੀਂ ਦਰਸ਼ਨ ਕਰੋਗੇ ਨਾ, ਸਹਿਜ ਪਾਠ ਕਰਦੇ ਹੋ ਕਿੱਦਾਂ ਵੀ, ਤੇ ਉਹਦੇ ਵਿੱਚ ਫਿਰ ਤੁਹਾਨੂੰ ਜਿਹੜਾ ਇਹ ਜਾਣਕਾਰੀ ਹੋਏਗੀ ਕਿ ਹਾਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਕਿਸ ਪ੍ਰਥਾਏ ਉਚਾਰਨ ਕੀਤਾ ਸੀ ਤੇ ਕੀ ਸਿੱਖਿਆ ਦੇ ਰਿਹਾ ਸੀ। ਇਸ ਲਈ ਜਿਹੜਾ ਹੈ ਸਮਾਂ ਕੱਢ ਕੇ ਰੋਜ਼ਾਨਾ ਜਿਹੜਾ ਹੈ ਸਮੇਂ ਸਿਰ ਆ ਕੇ ਇਹ ਲਾਹਾ ਲਓ, ਕਿਉਂਕਿ ਇਤਿਹਾਸ ਜਿਹੜਾ ਬਹੁਤ ਲੰਬੇਰਾ ਹੈ। ਅਜੇ ਹਾਲੇ ਤਾਂ ਸ਼ੁਰੂਆਤ ਹੋਈ ਹੈ, ਬਹੁਤ ਲੰਬੇਰਾ ਹੈ। ਮਾਲਕ ਕਿਰਪਾ ਕਰੇ। ਇਸੇ ਪ੍ਰਕਾਰ ਤੁਸੀਂ ਬੈਠੋ, ਲਾਹਾ ਲਓ, ਤਾਂ ਜੋ ਜਿਹੜਾ ਹੈ ਸਾਨੂੰ ਗੁਰੂ ਸਾਹਿਬ ਜੀ ਦੇ ਗੁਰੂ ਇਤਿਹਾਸ ਦੇ ਬਾਰੇ ਸਾਨੂੰ ਕੁਝ ਪਤਾ ਲੱਗ ਸਕੇ। ਸੋ ਗੁਰੂ ਕਿਰਪਾ ਕਰੇ ਜੀ। ਅਗਲੇਰੇ ਬਚਨ ਇਸ ਸ਼ਬਦ ਦੇ ਜਿਹੜੇ ਨੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, ਹੈ ਪੂਰਨ ਹੈ ਸਰਬ ਮੈਂ, ਦੁਖ ਪੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਕੇ ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ, ਹੈ ਪੀਹੋ ਬਨਹਾਰ, ਹੈ ਸੰਤਾਂ ਕੈ ਸਦਾ ਸੰਗ, ਧਾਰਾ ਆਧਾਰ, ਹੈ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾ, ਰਾਖੋ ਹੀਏ ਪਰੋ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।